ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਦੋਸਤੋ। ਮੈਂ ਗੁਰਪ੍ਰੀਤ ਸਿੰਘ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ 6 ਰੋਜ਼ਾ ਵਰਕਸ਼ਾਪ ਦੇ ਵਿੱਚ ਬਲਾਕ ਸਿੱਧਵਾਂ ਬੇਟ 1 ਤੇ 2। ਜਿਸ ਤਰ੍ਹਾਂ ਕਹਿੰਦੇ ਨੇ ਕਿ ਅਭਿਆਸ ਕਿਸੇ ਵਿਅਕਤੀ ਨੂੰ ਉਸ ਕਲਾ ਦਾ ਕਲਾਕਾਰ ਬਣਾ ਦਿੰਦਾ ਏ, ਤੇ ਬਿਲਕੁਲ ਠੀਕ ਉਸੇ ਤਰ੍ਹਾਂ ਸਾਡੀ 6 ਰੋਜ਼ਾ ਵਰਕਸ਼ਾਪ ਦਾ ਮਕਸਦ ਵੀ ਇਹੀ ਰੱਖਿਆ ਗਿਆ ਕਿ ਮਾਂ ਭਾਸ਼ਾ ਦੇ ਨਾਲ ਜੁੜੇ ਹੋਏ ਅਧਿਆਪਕ ਸਹਿਬਾਨ ਇੱਕ ਨਿਰੰਤਰ ਅਭਿਆਸ ਦੇ ਨਾਲ ਜੁੜਨ। ਉਹ ਅਭਿਆਸ ਸੁੰਦਰ ਲਿਖਾਵਟ ਦਾ, ਅੱਖਰਾਂ ਦੀ ਬਣਾਵਟ ਦਾ, ਤਾਂ ਜੋ ਉਹਨਾਂ ਦੇ ਰਾਹੀਂ ਲਿਖਾਈ ਦਾ ਨਿਖਾਰ ਤੇ ਸੁਧਾਰ ਉਹਨਾਂ ਦੇ ਨਾਲ ਜੁੜੇ ਵਿਦਿਆਰਥੀਆਂ ਵਿੱਚ ਵੀ ਜਾ ਸਕੇ। ਤਾਂ ਆਓ ਦੋਸਤੋ, ਰਲ ਮਿਲ ਕੇ ਹੰਬਲਾ ਮਾਰੀਏ ਤੇ ਜੁਟ ਜਾਈਏ ਇੱਕ ਨਿਰੰਤਰ ਅਭਿਆਸ ਦੇ ਵਿੱਚ, ਤੇ ਹੈਰਾਨੀਜਨਕ ਸੁਧਾਰ, ਹੈਰਾਨੀਜਨਕ ਨਤੀਜੇ ਆ ਜਿਹੜੇ ਸਾਡੀਆਂ ਅੱਖਾਂ ਦੇ ਸਾਹਮਣੇ ਹੋਣਗੇ। ਜਿਵੇਂ ਕਿਸੇ ਵੀ ਖੇਡ ਮੁਕਾਬਲੇ ਵਿੱਚ ਭਾਗੀਦਾਰੀ ਤੋਂ ਪਹਿਲਾਂ ਅਸੀਂ ਆਪਣੇ ਆਪ ਨੂੰ ਸਰੀਰਕ ਤੇ ਮਾਨਸਿਕ ਤੌਰ 'ਤੇ ਤਿਆਰ ਕਰਦੇ ਹਾਂ, ਸਰੀਰ ਨੂੰ ਗਰਮਾਉਂਦੇ ਹਾਂ। ਠੀਕ ਉਸੇ ਪ੍ਰਕਾਰ ਲਿਖਾਵਟ ਤੋਂ ਪਹਿਲਾਂ ਅਸੀਂ ਆਪਣੇ ਹੱਥ ਨੂੰ ਤਿਆਰ ਕਰਨਾ ਹੈ, ਵਾਰਮ ਅਪ ਕਰਨਾ ਹੈ। ਤੇ ਵਾਰਮ ਅਪ ਕਰਨ ਦੇ ਲਈ ਅਸੀਂ 3 ਤਰ੍ਹਾਂ ਦੀਆਂ ਲਾਈਨਾਂ ਖਿੱਚਣ ਦਾ ਅਭਿਆਸ ਕਰਨਾ ਹੈ। ਇਸ ਅਭਿਆਸ ਨਾਲ ਜਿੱਥੇ ਸਾਡਾ ਹੱਥ ਤਿਆਰ ਹੋਵੇਗਾ, ਉੱਥੇ ਉਹਨਾਂ ਅਧਿਆਪਕ ਸਹਿਬਾਨਾਂ ਦੇ ਲਈ ਵੀ ਇਹ ਅਭਿਆਸ ਬਹੁਤ ਲਾਹੇਵੰਦ ਹੋਵੇਗਾ ਜੋ ਬਲੈਕ ਬੋਰਡ 'ਤੇ ਲਿਖਣ ਸਮੇਂ ਇੱਕ ਸਿੱਧੀ ਲਾਈਨ ਵਿੱਚ ਨਹੀਂ ਲਿਖ ਪਾਉਂਦੇ। ਸੋ ਆਪਾਂ ਸਾਰਿਆਂ ਨੇ ਲਿਖਣ ਤੋਂ ਪਹਿਲਾਂ ਕੁਝ ਸਮਾਂ ਇਸ ਅਭਿਆਸ ਨੂੰ ਜ਼ਰੂਰ ਦੇਣਾ ਹੈ ਜੀ। ਤੇ ਸਭ ਤੋਂ ਪਹਿਲਾਂ ਅਸੀਂ ਲੇਟਵੇਂ ਦਾ ਵਿੱਚ ਟੁੱਟਵੀਆਂ ਛੋਟੀਆਂ ਲਾਈਨਾਂ ਖਿੱਚਣ ਦਾ ਅਭਿਆਸ ਸ਼ੁਰੂ ਕਰਾਂਗੇ। ਆਪਣੀ ਕਲਮ, ਪੈਨ ਜਾਂ ਪੈਨਸਲ ਦੇ ਨਾਲ ਟੁੱਟਵੀਆਂ ਲਾਈਨਾਂ ਦਾ ਅਭਿਆਸ ਜਿਹੜਾ ਉਹ ਸ਼ੁਰੂ ਕਰਾਂਗੇ। ਪਹਿਲਾਂ ਸਲੋ ਪ੍ਰੋਸੈਸ ਵਿੱਚ, ਜਿਵੇਂ ਜਿਵੇਂ ਹੱਥ ਤੁਹਾਨੂੰ ਲੱਗੇ ਕਿ ਟਿਕ ਰਿਹਾ ਹੈ ਤਾਂ ਆਪਣਾ ਜਿਹੜਾ ਪ੍ਰੋਸੈਸ ਹੈ ਉਹ ਤੇਜ਼ ਕਰ ਦਿਓ ਜੀ। ਅਸੀਂ ਦੇਖਾਂਗੇ ਕਿ ਪਹਿਲਾਂ ਦੇ ਮੁਕਾਬਲੇ ਅਖੀਰ ਤੱਕ ਜਿਹੜਾ ਸਾਡਾ ਅਭਿਆਸ ਆ ਉਹ ਸਾਨੂੰ ਕੁਛ ਨਾ ਕੁਛ ਨਿਖਾਰ ਸਾਡੇ ਸਾਹਮਣੇ ਜ਼ਰੂਰ ਰੱਖੇਗਾ। ਤੇ ਇਸ ਅਭਿਆਸ ਨੂੰ ਅਸੀਂ ਕੁਝ ਲੰਬਾ ਸਮਾਂ ਕਰਾਂਗੇ। ਲੇਟਵੀਆਂ ਲਾਈਨਾਂ ਤੋਂ ਬਾਅਦ ਅੱਗੇ ਅਸੀਂ ਖੜਵੀਆਂ ਲਾਈਨਾਂ, ਯਾਨੀ ਹੌਰੀਜ਼ੌਂਟਲ ਪੋਜੀਸ਼ਨ ਦੇ ਵਿੱਚ ਖੜਵੇਂ ਦਾ ਅਸੀਂ ਲਾਈਨਾਂ ਦਾ ਅਭਿਆਸ ਸ਼ੁਰੂ ਕਰਾਂਗੇ। ਤਾਂ ਸਾਡਾ ਹੱਥ ਸਾਨੂੰ ਦੱਸ ਰਿਹਾ ਕਿ ਅਸੀਂ ਲਾਈਨ ਸਿੱਧੀ ਲਗਾ ਰਹੇ ਹਾਂ ਜਾਂ ਸਾਡੀ ਲਾਈਨ ਦੇ ਵਿੱਚ ਟੇਢਾਪਨ ਆ ਰਿਹਾ। ਤਾਂ ਉਸ ਅਕੋਰਡਿੰਗ ਅਸੀਂ ਆਪਣੀ ਪੋਜੀਸ਼ਨ ਆ ਜਿਹੜੀ ਜਾਂ ਗਤੀ ਆ ਹੱਥ ਦੀ ਉਹ ਸੈੱਟ ਕਰ ਲੈਂਦੇ ਹਾਂ। ਤਾਂ ਇਸੇ ਤਰ੍ਹਾਂ ਹੌਲੀ ਹੌਲੀ ਜਿਹੜਾ ਸਾਡਾ ਹੱਥ ਆ ਉਹ ਟਿਕਣਾ ਸ਼ੁਰੂ ਕਰ ਦਿੰਦਾ ਹੈ। ਲੇਟਵੀਆਂ ਲਾਈਨਾਂ ਅਤੇ ਖੜਵੀਆਂ ਲਾਈਨਾਂ ਤੋਂ ਬਾਅਦ ਜਿਹੜਾ ਤੀਸਰਾ ਅਭਿਆਸ ਕਰਾਂਗੇ ਅਸੀਂ, ਉਹ ਹੈਗਾ ਜੀ ਗੋਲਾਈਦਾਰ ਲਾਈਨਾਂ ਦਾ। ਹੱਥ ਦੀ ਤਿਆਰੀ ਲਈ ਅਸੀਂ ਗੋਲਾਈਦਾਰ ਲਾਈਨਾਂ ਲਗਾਉਣੀਆਂ ਨੇ, ਕਿਉਂਕਿ ਗੁਰਮੁਖੀ ਦੇ ਅੱਖਰਾਂ ਵਿੱਚ ਕੁਝ ਜ਼ਿਆਦਾਤਰ ਅੱਖਰ ਹੈ ਜਿਹੜੇ ਉਹ ਗੋਲਾਈਆਂ ਵਾਲੇ ਨੇ। ਤਾਂ ਉਹਨਾਂ ਗੋਲਾਈਆਂ ਦੇ ਅਭਿਆਸ ਲਈ ਹੱਥ ਨੂੰ ਤਿਆਰ ਕਰਨਾ। ਤਾਂ ਇਸ ਤਰ੍ਹਾਂ ਦੀਆਂ ਲਾਈਨਾਂ ਦਾ ਅਭਿਆਸ ਸ਼ੁਰੂ ਕਰਾਂਗੇ।
ਇਹ ਤਿੰਨ ਤਰ੍ਹਾਂ ਦਾ ਅਭਿਆਸ ਗੁਲਾਈਦਾਰ ਲਾਈਨਾਂ, ਖੜਵੀਆਂ ਲਾਈਨਾਂ, ਲੇਟਵੀਆਂ ਲਾਈਨਾਂ। ਤਾਂ ਇਹਨਾਂ ਤਿੰਨਾਂ ਅਭਿਆਸਾਂ ਦੇ ਵਿੱਚ ਅਸੀਂ ਆਪਣੇ ਆਪ ਨੂੰ, ਸਾਡੇ ਹੱਥ ਨੂੰ ਲਿਖਣ ਦੇ ਲਈ ਤਿਆਰ ਕਰ ਲਵਾਂਗੇ। ਗੁਰਮੁਖੀ ਅੱਖਰਾਂ ਦੀ ਬਣਾਵਟ ਦੇ ਅਭਿਆਸ ਲਈ ਅਸੀਂ ਅੱਖਰਾਂ ਦੇ ਆਕਾਰ ਤੇ ਗੋਲਾਈਆਂ ਦੇ ਅਨੁਸਾਰ ਸੈੱਟ ਵੰਡ ਕੀਤੀ ਹੈ। ਸਭ ਤੋਂ ਪਹਿਲਾਂ ਸੈੱਟ 1 ਹੈ, ਜਿਸ ਵਿੱਚ ਇੱਕੋ ਜਿਹੀਆਂ ਗੋਲਾਈਆਂ ਵਾਲੇ ਅੱਖਰਾਂ ਨੂੰ ਰੱਖਿਆ ਗਿਆ ਹੈ। ਤੇ ਸੈੱਟ 1 ਦੇ ਅਧੀਨ ਅਸੀਂ ਪੱਪਾ, ਖੱਖਾ, ਧੱਦਾ ਤੇ ਥੱਥਾ, ਘੱਗਾ ਤੇ ਯਈਆ ਇਹਨਾਂ 6 ਵਰਣਾਂ ਦਾ ਅਭਿਆਸ ਕਰਾਂਗੇ। ਅਧਿਆਪਕ ਸਾਹਿਬਾਨਾਂ ਕੋਲ ਵਰਕਸ਼ੀਟਾਂ ਦੀਆਂ ਸੌਫਟ ਕਾਪੀਆਂ ਉਪਲਬਧ ਨੇ ਤੇ ਉਮੀਦ ਕਰਦਾ ਹਾਂ ਕਿ ਆਪ ਜੀ ਨੇ ਇਹਨਾਂ ਦੇ ਪ੍ਰਿੰਟ ਆਊਟ ਕਢਵਾ ਲਏ ਨੇ ਤੇ ਵਰਕਸ਼ਾਪ ਦੇ ਦੌਰਾਨ ਜਾਂ ਬਾਅਦ ਵਿੱਚ ਉਹਨਾਂ ਪ੍ਰਿੰਟ ਆਊਟਸ ਤੇ ਆਪ ਜੀ ਨੇ ਇਹਨਾਂ ਦਾ ਅਭਿਆਸ ਜ਼ਰੂਰ ਕਰਨਾ ਹੈ ਜੀ। ਤਾਂ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਪੱਪਾ। 6 ਰੋਜ਼ਾ ਵਰਕਸ਼ਾਪ ਦੇ ਅਧੀਨ ਸਾਡਾ ਮਕਸਦ ਵੀ ਇਹ ਰੱਖਿਆ ਕਿ ਅਸੀਂ ਆਪਣੀ ਬਣਾਵਟ ਵਿੱਚ ਕੁਝ ਅੱਖਰਾਂ ਦੀ ਬਣਾਵਟ ਵਿੱਚ ਕੁਝ ਸੁਧਾਰ ਜ਼ਰੂਰ ਲੈ ਕੇ ਆਈਏ ਤਾਂ ਜੋ ਇਹ ਸੁਧਾਰ ਅੱਗੇ ਵਿਦਿਆਰਥੀਆਂ ਵਿੱਚ ਵੀ ਜਾ ਸਕੇ। ਤਾਂ ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਪੱਪਾ। ਤਾਂ ਜਿਸ ਤਰ੍ਹਾਂ ਇਹਨਾਂ ਦੀ ਭਾਗ ਵੰਡ ਹੋਈ ਹੈ, ਉਸ ਭਾਗ ਵੰਡ ਦੇ ਅਧੀਨ ਹਰੇਕ ਭਾਗ ਦੀ ਡਿਸਕ੍ਰਿਪਸ਼ਨ ਤੁਹਾਡੇ ਸਾਹਮਣੇ ਲਿਖੀ ਗਈ ਹੈ। ਜਿਵੇਂ ਪੱਪੇ ਨੂੰ ਅਸੀਂ 5 ਭਾਗਾਂ ਵਿੱਚ ਵੰਡ ਕੇ ਭਾਗ ਪਹਿਲਾ ਛੋਟੀ ਲੇਟਵੀਂ ਲਾਈਨ ਯਾਨੀ ਛੋਟੀ ਲੇਟਵੀਂ ਲਾਈਨ, ਉਸ ਤੋਂ ਬਾਅਦ ਭਾਗ ਦੂਜਾ ਕਰਵ ਵਾਲੀ ਗੋਲਾਈ, ਜਿਹੜੀ ਇਹ ਗੋਲਾਈ ਹੈ ਕਰਵ ਵਾਲੀ ਅਸੀਂ ਦੇਣੀ ਹੈ। ਉਹਦੀ ਕੀ ਡਿਸਕ੍ਰਿਪਸ਼ਨ ਦਿੱਤੀ ਹੈ ਕਿ ਨੋਬ ਜਾਂ ਚੁੰਝ ਦੇ ਸਿਰੇ ਤੱਕ ਤੇ ਇਹ ਗੋਲਾਈ ਮੱਧ ਲਾਈਨ ਤੋਂ 2 ਬਿੰਦੂ ਹੇਠਾਂ ਲੈ ਕੇ ਜਾਣੀ ਹੈ। ਯਾਨੀ ਆ ਜਿਹੜੀ ਨੋਬ ਜਾਂ ਚੁੰਝ ਬਣਾਈ ਹੈ, ਇਸ ਪੁਆਇੰਟ ਤੋਂ ਆ ਸਾਡੀ ਮੱਧ ਲਾਈਨ ਆ, ਮੱਧ ਲਾਈਨ ਤੋਂ 2 ਬਿੰਦੂ ਅਸੀਂ ਹੇਠਾਂ ਤੱਕ ਲੈ ਕੇ ਜਾਣਾ ਤੇ ਸ਼ੁਰੂਆਤੀ ਬਿੰਦੂ ਤੋਂ ਨੋਬ ਦੇ ਸਿਰੇ ਵਾਲਾ ਬਿੰਦੂ ਥੋੜਾ ਬਾਹਰ ਰੱਖਣਾ। ਆ ਸਾਡਾ ਦੂਸਰੇ ਭਾਗ ਦਾ ਸ਼ੁਰੂਆਤੀ ਬਿੰਦੂ ਸੀ। ਆ ਨੋਬ ਜਿੱਥੇ ਚੁੰਝ ਦਾ ਸਿਰਾ ਆ, ਇਸ ਬਿੰਦੂ ਤੋਂ ਆ ਬਿੰਦੂ ਥੋੜਾ ਜਿਹਾ ਇਸ ਪੋਜੀਸ਼ਨ 'ਚ ਬਾਹਰ ਰੱਖਣਾ ਹੈ। ਭਾਗ ਦੂਜਾ ਸਾਨੂੰ ਇਹ ਹਦਾਇਤ ਦਿੰਦਾ ਹੈ। ਭਾਗ ਤੀਜੇ ਦੇ ਲਈ ਹੈ ਕਿ ਨੋਬ ਤੋਂ ਚੌਥੇ ਭਾਗ ਤੱਕ ਵਾਲੀ ਗੋਲਾਈ, ਇੱਥੋਂ ਚੌਥੇ ਭਾਗ ਤੱਕ ਦੀ ਗੋਲਾਈ, ਆ ਸਿਰਾ ਤੇ ਆ ਸਿਰਾ ਲਗਭਗ ਕੋਸ਼ਿਸ਼ ਹੈ ਸਾਡੀ ਕਿ ਸਮਾਨ ਅੰਤਰ ਰੱਖੀਏ ਅਸੀਂ। ਇਸੇ ਤਰ੍ਹਾਂ ਭਾਗ ਚੌਥਾ ਇੱਕ ਸਿੱਧੀ ਲਾਈਨ ਦਾ, ਪੰਜਵਾਂ ਭਾਗ ਛੋਟੀ ਲੇਟਵੀਂ ਲਾਈਨ। ਤਾਂ ਅਸੀਂ ਅਭਿਆਸ ਕਰਨਾ ਸ਼ੁਰੂ ਕਰੀਏ। ਭਾਗ ਪਹਿਲਾ ਜਾਣੀ ਛੋਟੀ ਲੇਟਵੀਂ ਲਾਈਨ, ਆ ਹੋ ਗਈ ਜੀ ਛੋਟੀ ਲੇਟਵੀਂ ਲਾਈਨ। ਉਸ ਤੋਂ ਬਾਅਦ ਕਰਵ ਵਾਲੀ ਗੋਲਾਈ ਜਿਹੜੀ ਸ਼ੁਰੂ ਕਰਨੀ ਹੈ ਤੇ ਮੱਧ ਭਾਗ ਤੋਂ 2 ਬਿੰਦੂ ਹੇਠਾਂ ਤੱਕ ਲੈ ਕੇ ਜਾਣੀ ਹੈ। ਆ ਗੋਲਾਈ ਸ਼ੁਰੂ ਕੀਤੀ ਤੇ ਅਸੀਂ 2 ਭਾਗ ਹੇਠਾਂ ਤੱਕ ਲਿਆਏ। ਉਸ ਤੋਂ ਬਾਅਦ ਨੋਬ ਤੋਂ ਚੌਥੇ ਭਾਗ ਤੱਕ ਦੀ, ਇੱਥੋਂ ਜਿਹੜੀ ਚੌਥੇ ਭਾਗ ਤੱਕ ਦੀ ਗੋਲਾਈ ਲੈ ਕੇ ਗਏ ਤੇ ਉਸ ਤੋਂ ਬਾਅਦ ਜਿਹੜੇ ਚੌਥੇ ਭਾਗ ਦੀ ਸਿੱਧੀ ਲਾਈਨ ਰੱਖੀ ਤੇ ਪੰਜਵੇਂ ਭਾਗ ਦੀ ਛੋਟੀ ਲੇਟਵੀਂ ਲਾਈਨ। ਯਾਨੀ ਪਹਿਲਾ ਭਾਗ ਛੋਟੀ ਲਾਈਨ, ਗੋਲਾਈ ਵਾਲਾ ਭਾਗ, ਤੀਜੀ ਗੋਲਾਈ ਵਾਲਾ ਭਾਗ, ਸਿੱਧੀ ਲਾਈਨ ਵਾਲਾ ਭਾਗ, ਛੋਟੀ ਲੇਟਵੀਂ ਲਾਈਨ। ਤਾਂ ਇਹ ਸਾਡੇ ਕੋਲੇ ਪੱਪਾ ਤੇ ਉਹਦੇ ਜਿਹੜੇ 5 ਭਾਗ ਆ ਉਹ ਸਨ। ਇਸ ਤੋਂ ਬਾਅਦ ਪੱਪੇ ਦੇ ਵਾਂਗ ਹੀ ਖੱਖਾ ਸ਼ਬਦ ਇਸੇ ਸੈੱਟ ਵਿੱਚ ਅਸੀਂ ਰੱਖਿਆ, ਜਿਹਦੇ ਵਿੱਚ ਭਾਗ 6 ਬਣਾਏ। 5 ਭਾਗ ਪੱਪੇ ਵਾਲੇ ਸੇਮ ਆ ਗਏ, 6ਵਾਂ ਜਿਹੜਾ ਕਿ ਇੱਕ ਸਿੱਧੀ ਲਾਈਨ ਆ, ਉਹੀ ਭਾਗ ਪਹਿਲਾ ਇੱਕ ਛੋਟੀ ਲੇਟਵੀਂ ਲਾਈਨ, ਕਰਵ ਵਾਲੀ ਗੋਲਾਈ। ਉਸੇ ਤਰ੍ਹਾਂ ਅਸੀਂ ਆਹ ਬਿੰਦੂ ਤੋਂ ਥੋੜਾ ਬਿੰਦੂ ਬਾਹਰ ਰੱਖਿਆ, ਮੱਧ ਵਾਲੀ ਲਾਈਨ ਤੋਂ 2 ਬਿੰਦੂ ਹੇਠਾਂ ਰੱਖਿਆ। ਤੀਸਰੀ ਗੋਲਾਈ ਜਿਹੜੀ ਚੌਥੇ ਭਾਗ ਨੂੰ ਜਾ ਕੇ ਛੂੰਹਦੀ ਹੈ, ਸਿੱਧੀ ਲਾਈਨ। ਪੰਜਵੀਂ ਛੋਟੀ ਲੇਟਵੀਂ ਲਾਈਨ ਤੇ 6ਵੀਂ ਜਿਹੜੀ ਲਾਈਨ ਆ ਭਾਗ ਦੂਜੇ ਤੇ ਭਾਗ ਚੌਥੇ ਨੂੰ ਛੂੰਹਦੀ ਹੈ, ਜੋ ਮੱਧ ਲਾਈਨ ਤੋਂ 2 ਜਾਂ 3 ਬਿੰਦੂ ਅਸੀਂ ਉੱਤੇ ਰੱਖਾਂਗੇ। ਇਹ ਬਸ ਇਹਦਾ ਨਿਯਮ ਜਿਹੜਾ ਅਲੱਗ ਹੈ ਉਹ ਧਿਆਨ ਵਿੱਚ ਰੱਖਾਂਗੇ ਅਸੀਂ। ਤਾਂ ਖੱਖੇ ਦੀ ਬਣਤਰ ਤੇ ਆਈਏ। ਖੱਖੇ ਦੀ ਬਣਤਰ ਦੇ ਲਈ ਪਹਿਲਾਂ ਅਸੀਂ ਛੋਟੀ ਲਾਈਨ ਰੱਖੀ, ਕਰਵ ਵਾਲੀ ਗੋਲਾਈ ਲਈ ਜੀ,
ਤੀਜੀ ਗੁਲਾਈ ਲੈ ਲਈ, ਚੌਥੀ ਸਿੱਧੀ ਲਾਈਨ ਲੈ ਲਈ, ਛੋਟੀ ਲੇਟਵੀਂ ਲਾਈਨ ਹੋ ਗਈ, ਤੇ ਛੇਵੀਂ ਜੋ ਮੱਧ ਵਾਲੀ ਲਾਈਨ ਤੋਂ 2 ਬਿੰਦੂ ਉੱਤੇ ਰੱਖੀ ਅਸੀਂ। ਤਾਂ ਆਹ ਸਾਡੇ ਕੋਲੇ ਖੱਖਾ ਤਿਆਰ ਹੈ। ਇਸ ਤੋਂ ਬਾਅਦ ਅੱਗੇ ਧੱਦਾ। ਧੱਦੇ ਦੇ ਲਈ ਅਸੀਂ 4 ਭਾਗ ਰੱਖੇ ਆ, ਜਿਹਦੇ ਵਿੱਚੋਂ ਭਾਗ 1 ਲਈ ਲੰਬੀ ਲੇਟਵੀਂ ਲਾਈਨ, ਲੰਬੀ ਲੇਟਵੀਂ ਲਾਈਨ। ਦੂਸਰਾ ਬਿਲਕੁਲ ਉਹੀ ਜੋ ਅਸੀਂ ਪਹਿਲਾਂ ਖੱਖੇ ਲਈ ਤੇ ਜੋ ਪਹਿਲਾਂ ਪੱਪੇ ਲਈ ਰੱਖਿਆ, ਉਹੀ ਇੱਥੇ ਨਜ਼ਮ। ਭਾਗ 2 ਗੱਲਾਂ ਉਹੀ ਵਾਰ-ਵਾਰ ਆ ਰਹੀਆਂ ਨੇ। ਤਾਂ ਇਸੇ ਤਰ੍ਹਾਂ ਇਸੇ ਲਈ ਇਹ ਗੱਲ ਕਹੀ ਗਈ ਕਿ ਅਗਰ ਅਸੀਂ ਇੱਕ ਅੱਖਰ ਦੀ ਬਣਾਵਟ ਸਹੀ ਤਰੀਕੇ ਨਾਲ ਸਿੱਖ ਲਈ ਤਾਂ ਇਹਦੇ ਨਾਲ ਕਿੰਨੇ ਹੋਰ ਅੱਖਰਾਂ ਦੀ ਬਣਾਵਟ ਆਪਣੇ ਆਪ ਸੁਧਰ ਜਾਂਦੀ ਹੈ। ਦੂਸਰੇ ਭਾਗ ਵਿੱਚ ਉਹੀ ਹਦਾਇਤਾਂ। ਤੀਸਰੇ ਭਾਗ ਦੇ ਲਈ ਨੌਬ ਤੋਂ ਚੌਥੇ ਭਾਗ ਤੱਕ ਵਾਲੀ ਉਹੀ ਗੁਲਾਈ ਤੇ ਚੌਥੀ ਇੱਕ ਸਿੱਧੀ ਲਾਈਨ। ਸ਼ੁਰੂ ਕਰੀਏ। ਲੰਬੀ ਲੇਟਵੀਂ ਲਾਈਨ, ਉਸ ਤੋਂ ਬਾਅਦ ਦੂਜੇ ਭਾਗ ਵਾਲੀ ਲਾਈਨ, ਤੀਜੇ ਭਾਗ ਦੀ ਗੁਲਾਈ ਤੇ ਚੌਥੀ ਸਿੱਧੀ ਲਾਈਨ। ਆ ਸਾਡੇ ਧੱਦੇ ਦੀ ਬਣਤਰ ਸਾਡੇ ਸਾਹਮਣੇ ਆ। ਇਸ ਤੋਂ ਬਾਅਦ ਜੇ ਅਸੀਂ ਦੇਖੀਏ ਥੱਥਾ, ਤਾਂ ਥੱਥੇ ਦੇ ਲਈ ਧੱਦੇ ਵਾਲੇ ਸਾਰੇ ਭਾਗ ਚੌਥੇ ਤੱਕ ਤੇ ਪੰਜਵਾਂ ਭਾਗ ਜਿਹੜਾ ਭਾਗ 2 ਤੇ 4 ਨੂੰ ਛੂੰਹਦੀ ਲਾਈਨ, ਜੋ ਮੱਧ ਲਾਈਨ ਤੋਂ 1 ਜਾਂ 2 ਬਿੰਦੂ ਅਸੀਂ ਉੱਤੇ ਰੱਖਣੀ ਆ, ਮੱਧ ਵਿੱਚ ਨਹੀਂ ਰੱਖਣੀ। ਇਹਦੇ ਲਈ ਅਲੱਗ ਗੱਲ ਸੀ। ਬਣਤਰ ਦੇਖੀਏ। ਇੱਕ ਸਿੱਧੀ ਲਾਈਨ, ਕਰਵ ਵਾਲੀ ਲਾਈਨ, ਤੀਸਰੇ ਭਾਗ ਦੀ ਲਾਈਨ, ਚੌਥੀ ਸਿੱਧੀ ਲਾਈਨ ਤੇ ਪੰਜਵੇਂ ਭਾਗ ਦੀ ਜਿਹੜੀ ਲਾਈਨ ਆ ਉਹ ਮੱਧ ਲਾਈਨ ਤੋਂ 2 ਬਿੰਦੂ ਅਸੀਂ ਉੱਤੇ ਰੱਖੀ। ਆ ਗਿਆ ਸਾਡੇ ਕੋਲੇ ਥੱਥਾ। ਥੱਥੇ ਤੋਂ ਬਾਅਦ ਅੱਗੇ ਵਾਰੀ ਆ ਘੱਗੇ ਦੀ। ਘੱਗੇ ਦੇ ਲਈ 6 ਭਾਗ ਰੱਖੇ ਗਏ ਆ, ਜਿਹਦੇ ਵਿੱਚ ਸਭ ਤੋਂ ਪਹਿਲਾਂ ਛੋਟੀ ਲੇਟਵੀਂ ਲਾਈਨ। ਘੱਗੇ ਦੇ ਲਈ ਕੀ ਦੂਸਰੇ ਭਾਗ ਵਿੱਚ ਥੋੜੀ ਜਿਹੀ ਤਬਦੀਲੀ ਕਿ ਕਰਵ ਵਾਲੀ ਜਿਹੜੀ ਗੁਲਾਈ ਆ, ਨੋਬ ਜਾਂ ਚੁੰਝ ਦੇ ਸਿਰੇ ਤੱਕ ਇਹ ਗੁਲਾਈ ਮੱਧ ਲਾਈਨ ਤੋਂ 2 ਬਿੰਦੂ ਹੇਠਾਂ ਵੀ ਲੈ ਜਾ ਸਕਦੇ ਆ ਤੇ ਮੱਧ ਲਾਈਨ ਤੱਕ ਵੀ ਅਸੀਂ ਰੱਖ ਸਕਦੇ ਆ। ਇਹ ਤੁਹਾਡੇ ਤੇ ਨਿਰਭਰ ਕਰਦਾ ਜਿਸ ਤਰ੍ਹਾਂ ਤੁਸੀਂ ਜਿਹੜੀ ਬਣਤਰ ਦੇਣੀ ਚਾਹੁੰਦੇ ਹੋ। ਤਾਂ ਸ਼ੁਰੂਆਤੀ ਬਿੰਦੂ ਤੋਂ ਨੋਬ ਵਾਲੇ ਸਿਰੇ ਵਾਲਾ ਬਿੰਦੂ ਅਸੀਂ ਉਸੇ ਤਰ੍ਹਾਂ ਹੀ ਇਸ ਬਿੰਦੂ ਤੋਂ ਕੁਛ ਥੋੜਾ ਜਿਹਾ ਬਾਹਰ ਰੱਖਣਾ ਹੈ। ਤੀਜੇ ਭਾਗ ਵਿੱਚ ਨੋਬ ਤੋਂ ਦੂਜੇ ਭਾਗ ਦੇ ਸਮਾਨ ਅੰਤਰ ਵਾਲੀ ਗੁਲਾਈ ਤੇ ਇਸ ਦਾ ਸਿਰਾ ਉੱਪਰ ਵਾਲੀ ਲਾਈਨ ਤੋਂ 1 ਬਿੰਦੂ ਹੇਠਾਂ ਤੱਕ ਰੱਖਣਾ ਹੈ। ਮਤਲਬ ਇਸ ਚੁੰਝ ਤੋਂ ਜਿਹੜੀ ਆ ਗੁਲਾਈ ਆ ਉਹ ਦੂਸਰੇ ਭਾਗ ਦੇ ਸਮਾਨ ਅੰਤਰ ਗਈ, ਪਰ ਜਿਹੜਾ ਇਹਦਾ ਸਿਰਾ ਵਾ ਉਹ ਉੱਪਰ ਵਾਲੀ ਲਾਈਨ ਤੋਂ 1 ਬਿੰਦੂ ਹੇਠਾਂ ਰੱਖਣਾ ਹੈ। ਫਿਰ ਇਸੇ ਟਰੈਕ ਤੇ ਵਾਪਸ ਆਉਣਾ ਹੈ। ਵਾਪਸ ਆ ਕੇ ਜਦੋਂ ਤੀਜੀ ਗੁਲਾਈ ਦੇ ਸਮਾਨ ਅੰਤਰ ਪਹੁੰਚਦੇ ਆ ਤਾਂ ਟਰੈਕ ਬਦਲਦੇ ਹੋਏ ਚੌਥੀ ਗੁਲਾਈ ਤੇ ਕਲਮ ਇੱਥੋਂ ਅਸੀਂ ਚੁੱਕ ਲੈਣੀ ਹੈ। ਪੰਜਵੇਂ ਭਾਗ ਦੀ ਸਿੱਧੀ ਲਾਈਨ ਤੇ 6ਵੇਂ ਭਾਗ ਦੀ ਛੋਟੀ ਲੇਟਵੀਂ ਲਾਈਨ। ਆਓ ਇਹਦੀ ਬਣਤਰ ਬਣਾ ਕੇ ਦੇਖੀਏ। ਛੋਟੀ ਲਾਈਨ, ਛੋਟੀ ਲੇਟਵੀਂ ਲਾਈਨ ਹੋ ਗਈ। ਇਸ ਤੋਂ ਬਾਅਦ ਕਰਵ ਵਾਲੀ ਜਿਹੜੀ ਗੁਲਾਈ ਹੈ, ਮੈਂ ਇਹਨੂੰ ਮੱਧ ਲਾਈਨ ਤੋਂ 2 ਬਿੰਦੂ ਹੇਠਾਂ ਤੱਕ ਲੈ ਕੇ ਜਾਵਾਂਗਾ। ਨੋਬ ਤੋਂ ਦੂਸਰੇ ਭਾਗ ਦੇ ਸਮਾਨਾਂਤਰ ਲਾਈਨ ਤੇ ਉੱਪਰ ਵੱਲ ਨੂੰ ਜਾਂਦੇ ਹੋਏ ਉੱਪਰ ਵਾਲੀ ਲਾਈਨ ਤੋਂ 1 ਬਿੰਦੂ ਹੇਠਾਂ ਰੱਖਿਆ। ਉਸੇ ਟਰੈਕ ਤੇ ਵਾਪਸ ਆਉਂਦੇ ਹੋਏ ਦੂਸਰੀ ਗੁਲਾਈ ਦੇ ਸਮਾਨਾਂਤਰ ਗੁਲਾਈ ਬਣਾਈ। ਫਿਰ ਸਿੱਧੀ ਲਾਈਨ ਤੇ ਛੋਟੀ ਲੇਟਵੀਂ ਲਾਈਨ। ਇਹ ਸਾਡੇ ਕੋਲੇ ਘੱਗੇ ਦੀ ਬਣਤਰ ਸਾਡੇ ਸਾਹਮਣੇ ਆ ਜਾਏਗੀ। ਘੱਗੇ ਤੋਂ ਬਾਅਦ ਯਈਆ। ਯਈਏ ਦੇ ਲਈ 5 ਭਾਗ ਰੱਖੇ ਆ। ਉਹੀ ਲੰਬੀ ਲੇਟਵੀਂ ਲਾਈਨ, ਕਰਵ ਵਾਲੀ ਗੁਲਾਈ, ਘੱਗੇ ਵਾਂਗ ਤੀਸਰੀ ਗੁਲਾਈ ਜੋ ਮੱਧ ਲਾਈਨ ਤੱਕ ਜਾਏਗੀ ਤੇ ਮੱਧ ਲਾਈਨ ਦੇ ਉੱਪਰ ਹੀ ਜਿਹੜੀ ਚੌਥੀ ਭਾਗ ਦੀ ਛੋਟੀ ਲਾਈਨ ਸਿੱਧੀ ਲਾਣੀ ਹੈ, ਪੰਜਵੀਂ ਸਿੱਧੀ ਲਾਈਨ
ਤੇ ਯਈਏ ਦੀ ਬਣਤਰ ਸਾਡੇ ਸਾਹਮਣੇ। ਆਓ ਇਹਦੀ ਬਣਤਰ ਪ੍ਰੈਕਟੀਕਲੀ ਕਰਕੇ ਦੇਖੀਏ। ਇੱਕ ਸਿੱਧੀ ਲਾਈਨ, ਕਰਵ ਵਾਲੀ ਲਾਈਨ, ਕਰਵ ਵਾਲੀ ਗੋਲਾਈ, ਤੀਜੀ ਗੋਲਾਈ ਜਾ ਕੇ ਮੱਧ ਵਾਲੀ ਲਾਈਨ ਦੇ ਨਾਲ ਛੋਹੀ, ਚੌਥੇ ਭਾਗ ਦੀ ਸਿੱਧੀ ਲਾਈਨ, ਪੰਜਵੇਂ ਭਾਗ ਦੀ ਸਿੱਧੀ ਲਾਈਨ, ਤਾਂ ਯਈਆ ਸਾਡੇ ਕੋਲ ਹੈ। ਤਾਂ ਇਸ ਤਰ੍ਹਾਂ ਯਈਆ, ਘੱਗਾ, ਥੱਥਾ, ਤੱਦਾ, ਖੱਖਾ ਤੇ ਪੱਪਾ, ਇਹ 6 ਅੱਖਰਾਂ ਦਾ ਅਭਿਆਸ ਤੁਸੀਂ ਆਪਣੀਆਂ ਵਰਕਸ਼ੀਟਾਂ ਤੇ ਜ਼ਰੂਰ ਕਰਨਾ ਹੈ। ਹਾਂਜੀ, 6 ਰੋਜ਼ਾ ਵਰਕਸ਼ਾਪ ਸੁੰਦਰ ਲਿਖਾਵਟ, ਬਲਾਕ ਸਿੱਧਵਾਂ ਵੇਟ 1 ਤੇ 2, ਤੇ ਅਸੀਂ ਅਭਿਆਸ ਕੀਤਾ ਸੈੱਟ 1 ਦਾ। ਹੁਣ ਵੇਖਦੇ ਹਾਂ ਸੈੱਟ 2, ਤੇ ਸੈੱਟ 2 ਦੇ ਲਈ ਜੋ ਭਾਗ ਵੰਡ ਕੀਤੀ ਆ ਉਹ ਇੱਕ ਵਾਰੀ ਮੈਂ ਤੁਹਾਡੇ ਨਾਲ ਸਾਂਝੀ ਕਰ ਲਵਾਂ। ਅਸੀਂ ਇਹਦੇ ਵਿੱਚ ਕਰਮਵਾਰ ਜੱਜਾ, ਢੱਡਾ, ਚੱਚਾ ਤੇ ਦੱਦਾ, ਇਹਨਾਂ 4 ਅੱਖਰਾਂ ਦਾ ਅਭਿਆਸ ਕਰਾਂਗੇ, ਜਿਹਦੇ ਵਿੱਚ ਜੱਜੇ ਦੇ ਲਈ 4 ਭਾਗ ਵੰਡੇ। ਪਹਿਲਾ ਭਾਗ ਲੇਟਵੀਂ ਲੰਬੀ ਲੇਟਵੀਂ ਲਾਈਨ। ਦੂਸਰੇ ਭਾਗ ਦੇ ਵਿੱਚ ਅਸੀਂ ਅੱਧ ਤੋਂ ਆ ਲਾਈਨ ਮੱਧ ਵਾਲੀ, ਅੱਧ ਜਾਣੀ ਮੱਧ ਵਾਲੀ ਲਾਈਨ ਹੋ ਗਈ, ਅੱਧ ਤੋਂ ਅੱਧਾ ਪੁਆਇੰਟ ਹੇਠਾਂ ਸਮਾਨ ਅੰਤਰ ਲਾਈਨ, ਯਾਨੀ ਮੱਧ ਲਾਈਨ ਤੋਂ ਅੱਧਾ ਪੁਆਇੰਟ ਹੇਠਾਂ ਜੱਜੇ ਦੀ ਲਾਈਨ ਜਿਹੜੀ ਬਣਾਉਣੀ ਹੈ। ਤੇ ਮੱਧ ਲਾਈਨ ਦੇ ਸਮਾਨ ਅੰਤਰ ਲਾਈਨ ਲਗਾਉਂਦਿਆਂ ਅੱਖ ਨਾ ਬਣਾਉਂਦਿਆਂ ਹੋਇਆਂ ਚੌਥੇ ਭਾਗ ਦੀ 90 ਡਿਗਰੀ ਤੇ ਇੱਕ ਸਿੱਧੀ ਲਾਈਨ ਲਗਾਉਣੀ। ਆਓ ਪ੍ਰੈਕਟੀਕਲੀ ਕਰਕੇ ਦੇਖੀਏ। ਤਾਂ ਪਹਿਲਾਂ ਇੱਕ ਸਿੱਧੀ ਲਾਈਨ ਹੋ ਗਈ। ਉਸ ਤੋਂ ਬਾਅਦ ਦੂਜੇ ਭਾਗ ਦੀ ਜਿਹੜੀ ਲਾਈਨ ਹੈ ਉਹ ਇੱਕ ਸਿੱਧੀ ਲਾਈਨ ਲੈ ਲਈ। ਤੀਜੇ ਭਾਗ ਦੀ ਲਾਈਨ ਮੱਧ ਲਾਈਨ ਇਹ ਪਈ ਹੈ, ਉਸ ਤੋਂ ਅੱਧਾ ਪੁਆਇੰਟ ਹੇਠਾਂ ਇੱਕ ਸਿੱਧੀ ਸਮਾਨਾਂਤਰ ਲਾਈਨ ਲੈਂਦੇ ਹੋਏ ਤੇ ਅੱਖ ਨਾ ਬਣਾਉਂਦੇ ਹੋਏ ਹੇਠਾਂ ਵੱਲ ਨੂੰ ਸਿੱਧੀ ਲਾਈਨ। ਤਾਂ ਸਾਡੇ ਕੋਲੇ ਜੱਜਾ ਅੱਖਰ ਜਿਹੜਾ ਇਸ ਤਰ੍ਹਾਂ ਤਿਆਰ ਹੋ ਜਾਂਦਾ ਹੈ। ਜੱਜੇ ਤੋਂ ਬਾਅਦ ਅਸੀਂ ਵੇਖਾਂਗੇ ਢੱਡਾ। ਢੱਡੇ ਦੇ ਲਈ ਲੰਬੀ ਲੇਟਵੀਂ ਲਾਈਨ, ਫਿਰ ਅੱਧ ਤੋਂ ਇੱਕ ਜਾਂ ਦੋ ਬਿੰਦੂ ਉੱਪਰ ਤੱਕ, ਮਤਲਬ ਅੱਧ ਤੱਕ ਨਹੀਂ, ਮਤਲਬ ਜੇਕਰ ਅੱਧ ਤੱਕ ਅਸੀਂ 50% ਮੰਨਦੇ ਹਾਂ ਤਾਂ ਇਹ ਲਾਈਨ 40% ਤੱਕ ਰਹੇਗੀ। ਫਿਰ ਤੀਜੇ ਭਾਗ ਦੇ ਲਈ ਮੱਧ ਲਾਈਨ ਦੇ ਸਮਾਨਾਂਤਰ ਲਾਈਨ, ਅੱਖ ਨਾ ਬਣਾਉਂਦਿਆਂ ਹੋਇਆਂ ਚੌਥੇ ਭਾਗ ਦੀ ਗੁੜਾਈ ਦੇ ਕੇ ਇੱਕ ਵੱਡੀ ਅੱਖ ਬਣਾਉਣੀ। ਤਾਂ ਇਸ ਤਰ੍ਹਾਂ ਅਸੀਂ ਢੱਡੇ ਦਾ ਬਣਾਵਟ ਦਾ ਨਿਰਮਾਣ ਕਰਾਂਗੇ। ਢੱਡਾ ਬਣਾਉਣ ਦੇ ਲਈ ਪ੍ਰੈਕਟੀਕਲੀ ਦੇਖੀਏ ਤਾਂ ਭਾਗ ਪਹਿਲਾ ਲੰਬੀ ਲੇਟਵੀਂ ਲਾਈਨ, ਦੂਜੇ ਭਾਗ ਦੇ ਲਈ ਅਸੀਂ ਅੱਧ ਤੋਂ 2 ਬਿੰਦੂ ਉੱਪਰ ਤੱਕ ਲਾਈਨ ਰੱਖੀ। ਫਿਰ ਮੱਧ ਲਾਈਨ ਦੇ ਸਮਾਨਾਂਤਰ ਤੀਜੇ ਭਾਗ ਨੂੰ ਲੈ ਕੇ ਜਾਂਦੇ ਹੋਏ ਬਿਨਾਂ ਅੱਖ ਬਣਾਏ ਚੌਥੀ ਗੁਲਾਈ ਦੇ ਲਈ ਅਸੀਂ ਹੇਠਾਂ ਨੂੰ ਆਏ, ਗੁਲਾਈ ਬਣਾਈ ਤੇ ਇੱਕ ਵੱਡੀ ਅੱਖ ਬਣਾਈ। ਆ ਸਾਡੇ ਕੋਲੇ ਢੱਡਾ ਤਿਆਰ ਹੋ ਜਾਂਦਾ ਹੈ 4 ਭਾਗਾਂ ਦੇ ਵਿੱਚ। ਢੱਡੇ ਤੋਂ ਬਾਅਦ ਚੱਚਾ। ਚੱਚੇ ਦੇ ਲਈ 4 ਭਾਗ ਉਸੇ ਤਰ੍ਹਾਂ ਹੀ, ਪਰ ਜਿਹੜੀ ਇਹਦੇ ਵਿੱਚ ਤੀਸਰੀ ਲਾਈਨ ਆ ਉਹ ਮੱਧ ਲਾਈਨ ਦੇ ਉੱਪਰ ਹੀ ਅਸੀਂ ਚੱਲਣਾ, ਨਾ 2 ਪੁਆਇੰਟ ਉੱਤੇ ਨਾ ਹੇਠਾਂ, ਬਿਲਕੁਲ ਮੱਧ ਲਾਈਨ ਤੇ ਚੱਚੇ ਦੇ ਲਈ। ਤੇ ਚੌਥੇ ਭਾਗ ਦੀ ਜਿਹੜੀ ਗੁਲਾਈ ਆ ਉਹ ਦੂਜੇ ਭਾਗ ਨਾਲ ਇਸ ਤਰ੍ਹਾਂ ਮਿਲਾਉਣੀ ਹੈ ਕਿ ਦੂਜਾ ਭਾਗ ਤੇ ਚੌਥਾ ਭਾਗ ਇੱਕ ਸਿੱਧੀ ਰੇਖਾ ਦੇ ਵਿੱਚ ਦਿਸਣ। ਭਾਗ ਪਹਿਲੇ ਦੇ ਲਈ ਸਿੱਧੀ ਲਾਈਨ, ਦੂਸਰੇ ਦੇ ਲਈ ਅੱਧ ਤੱਕ ਆ ਗਏ, ਤੀਜੇ ਦੇ ਲਈ ਸਮਾਨਾਂਤਰ ਲਾਈਨ, ਬਿਨਾਂ ਅੱਖ ਬਣਾਏ ਹੇਠਾਂ ਵਾਲੀ ਗੁਲਾਈ ਤੇ ਆਏ ਤੇ ਇਸ ਗੁਲਾਈ ਨੂੰ ਦੂਸਰੇ ਭਾਗ ਦੀ ਗੁਲਾਈ ਨਾਲ ਇਸ ਤਰ੍ਹਾਂ ਮਿਲਾਇਆ ਕਿ ਇੱਕ ਸਿੱਧੀ ਰੇਖਾ ਬਣ ਜਾਵੇ। ਤਾਂ ਸਾਡੇ ਕੋਲੇ
ਚੱਚਾ ਵੀ ਤਿਆਰ ਹੋ ਜਾਂਦਾ ਇਸ ਤਰ੍ਹਾਂ 4 ਭਾਗਾਂ ਦੇ ਵਿੱਚ। ਚੱਚੇ ਤੋਂ ਬਾਅਦ ਅੱਗੇ ਦੱਦਾ। ਦੱਦੇ ਲਈ ਲੰਬੀ ਲੇਟਵੀਂ ਲਾਈਨ, ਅੱਧ ਤੱਕ ਦੀ ਲਾਈਨ, ਮੱਧ ਲਾਈਨ ਦੇ ਉੱਪਰ ਚੱਲਦਿਆਂ ਅੱਖ ਨਾ ਬਣਾਉਂਦਿਆਂ ਹੋਇਆਂ ਚੌਥੇ ਭਾਗ ਦੀ ਗੋਲਾਈ ਦੇਣਾ। ਉਸੇ ਤਰ੍ਹਾਂ ਚੱਚੇ ਵਾਂਗ ਮੱਧ ਭਾਗ ਤੇ ਬਣਾਉਣਾ। ਪ੍ਰੈਕਟੀਕਲੀ ਕਰਕੇ ਦੇਖਦੇ ਹਾਂ। ਸਿੱਧੀ ਲਾਈਨ, ਦੂਜੇ ਭਾਗ ਦੀ ਲਾਈਨ, ਤੀਜੇ ਭਾਗ ਦੀ ਬਿਨਾਂ ਅੱਖ ਬਣਾਉਂਦਿਆਂ ਹੋਇਆਂ ਸਮਾਨਾਂਤਰ ਲਾਈਨ, ਸਿੱਧੀ ਲਾਈਨ, ਤੇ ਚੌਥੇ ਭਾਗ ਦੀ ਗੋਲਾਈ ਦਿੰਦਿਆਂ ਅਸੀਂ ਚੌਥੇ ਭਾਗ ਦੀ ਗੋਲਾਈ ਨੂੰ ਅੰਤਿਮ ਛੋਹ ਦੇਤੀ ਤੇ ਸਾਡੇ ਕੋਲੇ ਦੱਦਾ ਤਿਆਰ ਹੋ ਗਿਆ। ਤਾਂ ਇਸ ਤਰ੍ਹਾਂ ਸਾਡੇ ਕੋਲ 4 ਜਿਹੜੇ ਅੱਖਰ ਅਸੀਂ ਤਿਆਰ ਕੀਤੇ ਆ, ਜਿਹਦੇ ਵਿੱਚ ਜੱਜਾ, ਢੱਡਾ, ਚੱਚਾ ਤੇ ਦੱਦਾ ਰੱਖੇ ਸੈੱਟ 2 ਦੇ ਵਿੱਚ। ਤਾਂ ਅਧਿਆਪਕ ਸਾਥੀ ਆਪਣੀਆਂ ਵਰਕ ਸ਼ੀਟਾਂ ਦੇ ਉੱਪਰ ਇਹਨਾਂ ਅੱਖਰਾਂ ਦਾ ਅਭਿਆਸ ਜ਼ਰੂਰ ਕਰਨਗੇ। ਇਸ ਤੋਂ ਬਾਅਦ ਅਸੀਂ ਸੈੱਟ 3 ਵੱਲ ਵੱਧਦੇ ਹਾਂ, ਜਿਹਦੇ ਵਿੱਚ 3 ਵਰਣਾਂ ਨੂੰ ਰੱਖਿਆ ਗਿਆ। ਇਹ ਗੁਰਮੁਖੀ ਦੇ 3 ਚਿੰਨ੍ਹ ਨੇ, ਠੱਠਾ, ਲੱਲਾ ਤੇ ਨੰਨਾ। ਗੋਲਾਈਆਂ ਦੇ ਆਧਾਰ ਤੇ ਇਹਨਾਂ ਨੂੰ ਅਸੀਂ ਅਲੱਗ ਤੀਸਰੇ ਸੈੱਟ ਵਿੱਚ ਰੱਖਿਆ, ਜਿਹਦੇ ਵਿੱਚ ਠੱਠਾ, ਲੱਲਾ ਤੇ ਨੰਨਾ ਕਵਰ ਕੀਤੇ ਆ। ਅਸੀਂ ਠੱਠੇ ਦੇ ਲਈ ਲੰਬੀ ਲੇਟਵੀਂ ਲਾਈਨ, ਅੱਧ ਨੂੰ ਜੇਕਰ ਅਸੀਂ ਪਹਿਲੇ ਵਾਂਗ 50% ਮੰਨੀਏ ਤਾਂ ਦੂਜੇ ਭਾਗ ਦੀ ਜਿਹੜੀ ਲਾਈਨ ਹੈ ਉਹ 20 ਜਾਂ 25% ਤੱਕ ਅਸੀਂ ਰੱਖਣੀ ਹੈ। ਫਿਰ ਤੀਜੇ ਭਾਗ ਦੀ ਗੋਲ ਜਾਂ ਥੋੜ੍ਹੀ ਅੰਡਾਕਾਰ ਗੋਲਾਈ, ਜਿਸ ਤਰ੍ਹਾਂ ਤੁਹਾਡਾ ਹੱਥ ਟਿਕੇਗਾ ਤਾਂ ਉਸ ਦੇ ਨਾਲ ਅਸੀਂ ਠੱਠੇ ਦੀ ਬਣਤਰ ਪੂਰੀ ਕਰਾਂਗੇ। ਪ੍ਰੈਕਟੀਕਲੀ ਕਰਕੇ ਦੇਖਦੇ ਹਾਂ। ਸਿੱਧੀ ਲਾਈਨ 20 ਜਾਂ 25% ਤੱਕ ਲਾਈਨ ਆ ਮੱਧ ਲਾਈਨ ਪਈ ਹੈ। ਉਸ ਤੋਂ ਬਾਅਦ ਤੀਜੇ ਭਾਗ ਦੀ ਗੋਲਾਈ ਲਈ ਬਿਨਾਂ ਕਲਮ ਚੁੱਕਿਆਂ ਗੋਲਾਈ ਨੂੰ ਪੂਰਾ ਕੀਤਾ। ਤਾਂ ਪਹਿਲੀ ਲਾਈਨ 20 ਜਾਂ 25% ਤੱਕ ਲਾਈਨ, ਗੋਲਾਈ ਤੇ ਗੋਲਾਈ ਪੂਰੀ ਕੀਤੀ। ਆ ਠੱਠਾ ਇਸ ਤਰ੍ਹਾਂ 3 ਭਾਗਾਂ ਦੀ ਵੰਡ ਨਾਲ ਸਾਡੇ ਕੋਲੇ ਇੱਕ ਸੁੰਦਰ ਆਕਾਰ ਵਿੱਚ ਬਣਦਾ ਹੈ। ਠੱਠੇ ਤੋਂ ਬਾਅਦ ਦੇਖਦੇ ਹਾਂ ਅਸੀਂ ਲੱਲੇ ਨੂੰ। ਲੱਲੇ ਦੇ ਲਈ 5 ਭਾਗ ਅਸੀਂ ਰੱਖੇ ਆ। ਤਾਂ ਇਹਦੇ ਵਿੱਚ ਕੀ ਹੈ ਕਿ 5ਵੇਂ ਭਾਗ ਦੇ ਲਈ ਲੰਬੀ ਲੇਟਵੀਂ ਲਾਈਨ ਪਹਿਲੀ, ਦੂਸਰੇ ਭਾਗ ਦੀ ਲਾਈਨ, ਤੀਸਰੇ ਭਾਗ ਦੀ ਲਾਈਨ। ਜਿਹੜੀ ਚੁੰਝ ਬਣਾਉਣੀ ਹੈ, ਮਤਲਬ ਅਸੀਂ ਜੇ ਉੱਥੇ 50% ਮੰਨਿਆ ਸੀ ਤਾਂ ਇਹ 52 ਜਾਂ 53% ਤੇ ਉਹ ਮੱਧ ਲਾਈਨ ਤੋਂ ਕੁਛ ਹੇਠਾਂ ਤੇ ਆ ਕੇ ਚੁੰਝ ਬਣੇਗੀ, ਨੋਬ ਬਣੇਗੀ। ਤੇ ਬਿਲਕੁਲ ਪਹਿਲੇ ਦਾ ਅੱਧ ਤੇ ਉਹਦੀ ਸੇਧ ਨੂੰ ਜਿਹੜਾ ਇਹ ਪੁਆਇੰਟ ਜਾਂ ਇਹ ਚੁੰਝ ਬਣੇਗੀ, ਬਿਲਕੁਲ ਇਸ ਤਰ੍ਹਾਂ। ਤੇ ਫਿਰ ਇਸੇ ਨੋਬ ਤੋਂ ਉੱਪਰ ਵੱਲ ਨੂੰ ਕਲਮ ਲੈ ਕੇ ਜਾਂਦਿਆਂ ਪਹਿਲੇ ਭਾਗ ਨਾਲ ਕਲਮ ਲੈ ਕੇ ਜਾਂਦਿਆਂ ਪਹਿਲੇ ਭਾਗ ਦੇ ਨਾਲ ਮਿਲਾਉਣਾ ਤੇ ਦੂਜੇ ਭਾਗ ਦੇ ਸ਼ੁਰੂਆਤੀ ਬਿੰਦੂ ਤੋਂ ਚੌਥੇ ਭਾਗ ਦੀ ਗੋਲਾਈ ਦੀ ਫੁਲਾਵਟ ਬਾਹਰ ਨੂੰ ਰੱਖਣੀ। ਯਾਨੀ ਦੂਜੇ ਭਾਗ ਦਾ ਜਿਹੜਾ ਸ਼ੁਰੂਆਤੀ ਬਿੰਦੂ ਆ, ਇਸ ਤੋਂ ਬਾਅਦ ਚੌਥੇ ਭਾਗ ਦੀ ਜਿਹੜੀ ਗੋਲਾਈ ਆ ਤੇ ਇਹਦੀ ਫੁਲਾਵਟ ਇੱਥੇ ਤੱਕ ਆ, ਇਸ ਬਿੰਦੂ ਤੋਂ ਇਸ ਬਿੰਦੂ ਤੱਕ ਬਾਹਰ ਰੱਖਣੀ ਆ ਚੌਥੇ ਭਾਗ ਦੀ ਗੋਲਾਈ। ਤੇ ਬਿਲਕੁਲ ਉਸੇ ਤਰ੍ਹਾਂ 5ਵੇਂ ਭਾਗ ਦੀ ਗੋਲਾਈ। ਪ੍ਰੈਕਟੀਕਲੀ ਕਰਕੇ ਦੇਖਦੇ ਹਾਂ। ਉਹਦੇ ਲਈ ਸਭ ਤੋਂ ਪਹਿਲਾਂ ਸਿੱਧੀ ਲਾਈਨ, ਫਿਰ ਦੂਸਰੇ ਭਾਗ ਦੀ ਜਿਹੜੀ ਲਾਈਨ ਆ ਉਹਨੂੰ ਹੇਠਾਂ ਤੱਕ ਲੈ ਕੇ ਆਏ, ਨੋਬ ਤੱਕ ਰੱਖਿਆ ਤੇ ਬਿਨਾਂ ਕਲਮ ਚੁੱਕੇ ਅਸੀਂ ਉੱਪਰ ਵੱਲ ਨੂੰ ਤੀਸਰੇ ਭਾਗ ਦੀ ਲਾਈਨ ਲੈ ਗਏ। ਆ ਚੁੰਝ ਬਣੀ ਜਿਹੜੀ ਅੱਧ ਤੱਕ ਬਣੀ। ਇਸ ਤੋਂ ਬਾਅਦ ਮੱਧ ਲਾਈਨ ਆ ਪਈ ਹੈ ਸਾਡੀ, ਜਿਹੜੀ ਵਿਚਕਾਰਲੀ ਲਾਈਨ ਆ, ਇਹਦੇ ਤੋਂ ਉੱਪਰੋਂ ਅਸੀਂ ਜਿਹੜੇ ਚੌਥੇ ਭਾਗ ਦੀ ਗੋਲਾਈ ਲੈਣੀ ਸ਼ੁਰੂ ਕੀਤੀ। 2 ਜਾਂ 3 ਬਿੰਦੂ ਉੱਪਰੋਂ ਪਹਿਲੀ ਚੌਥੀ ਗੋਲਾਈ ਤੇ ਇਹਦੇ ਬਿਲਕੁਲ ਸਮਾਨਾਂਤਰ ਤੇ ਇਹਦੇ ਆਕਾਰ ਵਾਲੀ 5ਵੀਂ ਗੋਲਾਈ। ਤਾਂ ਸਾਡੇ ਕੋਲੇ ਲੱਲਾ ਤਿਆਰ ਹੋ ਜਾਂਦਾ ਹੈ। ਲੱਲੇ ਤੋਂ ਬਾਅਦ ਅਸੀਂ ਵੇਖਦੇ ਹਾਂ ਨੰਨੇ ਨੂੰ। ਜਿਸ ਤਰ੍ਹਾਂ ਅਸੀਂ ਠੱਠਾ ਬਣਾਇਆ, ਠੱਠੇ ਦੇ ਵਿੱਚ ਜਿਹੜੀ ਲਾਈਨ ਹੈ ਉਹ ਅਸੀਂ ਰੱਖੀ ਸੀਗੀ 20 ਜਾਂ 25%। ਇੱਥੇ ਜਿਹੜੀ ਲਾਈਨ ਆ ਅਸੀਂ ਜੇ ਇਹਨੂੰ 50% ਮੰਨੇ ਤਾਂ ਇੱਥੇ 25 ਤੋਂ 30 ਯਾਨੀ ਠੱਠੇ ਤੋਂ ਇਹ ਲਾਈਨ ਲੰਬੀ ਰੱਖਣੀ ਆ ਅਸੀਂ।
ਤੇ ਤੀਜੇ ਭਾਗ ਦੀ ਗੁਲਾਈ ਜਿਹੜੀ ਆ ਉਹ ਸ਼ੁਰੂ ਕਰ ਦੇਣੀ ਆ ਠੱਠੇ ਵਾਂਗ, ਤੇ ਉਸੇ ਤਰ੍ਹਾਂ ਚੌਥੇ ਭਾਗ ਦੀ ਜਿਹੜੀ ਗੁਲਾਈ ਆ ਉਹ ਦੇ ਦੇਣੀ ਆ। ਆਓ ਬਣਾ ਕੇ ਦੇਖੀਏ। ਲੰਬੀ ਲੇਟਵੀਂ ਲਾਈਨ 25 ਜਾਂ 30% ਤੱਕ ਲਾਈਨ ਜਿਹੜੀ ਮੱਧ ਲਾਈਨ ਤੋਂ ਉੱਤੇ ਤੱਕ ਰਹੀ ਹੈ, ਪਰ ਠੱਠੇ ਤੋਂ ਲੰਬੀ ਲਾਈਨ ਹੈ। ਮੱਧ ਲਾਈਨ ਤੋਂ ਉੱਪਰੋਂ ਹੀ ਜਿਹੜੀ ਤੀਜੇ ਭਾਗ ਦੀ ਗੁਲਾਈ ਚੱਕੀ, ਇਸ ਤੋਂ ਬਾਅਦ ਚੌਥੇ ਭਾਗ ਦੀ ਬਿਲਕੁਲ ਤੀਸਰੇ ਭਾਗ ਦੇ ਵਾਂਗ, ਤੇ ਸਾਡੇ ਕੋਲੇ ਨੰਨਾ ਤਿਆਰ ਹੋ ਜਾਂਦਾ ਹੈ। ਤਾਂ ਅਧਿਆਪਕ ਸਾਥੀ, ਇਹਨਾਂ 3 ਅੱਖਰਾਂ ਦਾ, ਇਹਨਾਂ 3 ਗੁਰਮੁਖੀ ਚਿੰਨ੍ਹਾਂ ਦਾ ਅਭਿਆਸ ਵੀ ਆਪਣੀਆਂ ਵਰਕ ਬੁੱਕਾਂ ਤੇ ਵਰਕਸ਼ੀਟਾਂ ਤੇ ਜ਼ਰੂਰ ਕਰਨਗੇ, ਜਿਹਦੇ ਵਿੱਚ ਸ਼ਾਮਲ ਹੈ ਠੱਠਾ, ਲੱਲਾ ਤੇ ਨੰਨਾ। ਤਾਂ ਸਮੂਹ ਅਧਿਆਪਕ ਸਾਥੀਓ, ਅਸੀਂ ਜਿੰਨੇ 3 ਸੈੱਟ ਕੀਤੇ ਨੇ ਉਹਨਾਂ 3 ਸੈੱਟਾਂ ਦੀ ਇੱਕ ਹਲਕੀ ਦੁਹਰਾਈ ਕਰਦੇ ਹਾਂ ਅਸੀਂ ਸਿਰਫ ਲਾਈਨਾਂ ਦੇ ਉੱਪਰ ਬਿਨਾਂ ਪੂਰਨਿਆਂ ਤੋਂ। ਤਾਂ ਸਾਡੇ ਕੋਲੇ ਪੱਪਾ ਸੀ। ਪੱਪੇ ਦੇ ਲਈ ਜੋ ਅਸੀਂ ਨਿਯਮ ਦੇਖੇ, ਉਹਨਾਂ ਨਿਯਮਾਂ ਨੂੰ ਦਿਮਾਗ ਵਿੱਚ ਰੱਖਦੇ ਹੋਏ ਛੋਟੀ ਲਾਈਨ ਰੱਖੀ ਸੀ। ਛੋਟੀ ਲਾਈਨ ਤੋਂ ਬਾਅਦ ਕਰਵ ਵਾਲੀ ਗੁਲਾਈ ਲੈ ਕੇ ਆਏ ਸੀ। ਮੱਧ ਲਾਈਨ ਤੋਂ 2 ਬਿੰਦੂ ਹੇਠਾਂ ਤੱਕ ਨੌਬ ਤੋਂ ਤੀਸਰੀ ਗੁਲਾਈ ਲਈ, ਤੇ ਫਿਰ ਸਿੱਧੀ ਲਾਈਨ ਲਈ। ਤਾਂ ਸਾਡੇ ਕੋਲੇ 5ਵੇਂ ਭਾਗ ਦੀ ਛੋਟੀ ਲਾਈਨ ਪੱਪਾ ਬਣ ਗਿਆ ਸੀ। ਇਸੇ ਤਰ੍ਹਾਂ ਪੱਪੇ ਦੀ ਤਰਜ਼ ਤੇ ਅਸੀਂ ਖੱਖਾ ਬਣਾਇਆ। ਛੋਟੀ ਲਾਈਨ, ਕਰਵ ਵਾਲੀ ਗੁਲਾਈ, ਨੋਕ ਤੋਂ ਤੀਸਰੀ ਗੁਲਾਈ, ਸਿੱਧੀ ਲਾਈਨ, ਛੋਟੀ ਲੇਟਵੀਂ ਲਾਈਨ, ਤੇ ਮੱਧ ਲਾਈਨ ਤੋਂ 2 ਜਾਂ 3 ਬਿੰਦੂ ਉੱਪਰ ਤੱਕ ਦੀ ਲਾਈਨ। ਖੱਖੇ ਤੋਂ ਬਾਅਦ ਧੱਦਾ ਲਿਆ ਸੀ, ਤਾਂ ਧੱਦੇ ਲਈ ਪਹਿਲਾਂ ਸਿੱਧੀ ਲੇਟਵੀਂ ਲਾਈਨ, ਦੂਸਰੀ ਗੁਲਾਈ, ਤੀਸਰੀ ਗੁਲਾਈ, ਚੌਥੀ ਸਿੱਧੀ ਲਾਈਨ, ਤੇ ਇਸ ਮੱਧ ਲਾਈਨ ਤੋਂ 1 ਬਿੰਦੂ ਉੱਤੇ ਤੱਕ ਦੀ ਲਾਈਨ। ਉਸ ਤੋਂ ਬਾਅਦ ਅਸੀਂ ਆਏ ਸੀ ਘੱਗੇ ਵੱਲ। ਤਾਂ ਘੱਗੇ ਦੇ ਲਈ ਪਹਿਲਾਂ ਅਸੀਂ ਲਈ ਸੀ ਛੋਟੀ ਲਾਈਨ, ਦੂਸਰੀ ਗੁਲਾਈ। ਤਾਂ ਇਹਦੇ ਨੂੰ ਅਸੀਂ ਇਹ ਗੱਲ ਕੀਤੀ ਸੀ ਵੀ ਮੱਧ ਲਾਈਨ ਤੱਕ ਵੀ ਰੱਖ ਸਕਦੇ ਹਾਂ, 2 ਬਿੰਦੂ ਹੇਠਾਂ ਤੱਕ ਵੀ ਰੱਖਿਆ ਜਾ ਸਕਦਾ ਹੈ। ਨੌਬ ਤੋਂ ਦੂਸਰੇ ਭਾਗ ਦੇ ਸਮਾਨਾਂਤਰ ਉੱਪਰ ਵੱਲ ਨੂੰ ਗੁਲਾਈ, ਤੇ ਇਹਨੂੰ ਉੱਪਰ ਵਾਲੀ ਲਾਈਨ ਤੋਂ 1 ਬਿੰਦੂ ਹੇਠਾਂ ਤੱਕ ਰੱਖਿਆ। ਸੇਮ ਟਰੈਕ 'ਤੇ ਵਾਪਸ ਆਉਂਦੇ ਹੋਏ, ਟਰੈਕ ਬਦਲਦੇ ਹੋਏ ਦੂਜੀ ਗੁਲਾਈ ਜਾਣੀ ਚੌਥੀ ਗੁਲਾਈ, ਸਿੱਧੀ ਲਾਈਨ, ਛੋਟੀ ਲੇਟਵੀਂ ਲਾਈਨ। ਘੱਗੇ ਤੋਂ ਬਾਅਦ ਯਈਆ ਲਿਆ ਸੀ, ਤਾਂ ਇੱਕ ਸਿੱਧੀ ਲਾਈਨ ਲਈ ਸੀ, ਦੂਸਰਾ ਕਰਵ, ਤਾਂ ਨੋਬ ਤੋਂ ਘੱਗੇ ਵਾਂਗ ਗੁਲਾਈ ਜਿਹੜੀ ਦਿੱਤੀ ਆ, ਤੇ ਉਹ ਮੱਧ ਲਾਈਨ ਤੱਕ ਰੱਖੀ। ਮੱਧ ਲਾਈਨ ਦੇ ਉੱਪਰ ਛੋਟੀ ਲਾਈਨ, ਸਿੱਧੀ ਲਾਈਨ, ਤੇ ਸਾਡੇ ਯਈਏ ਦੀ ਬਣਤਰ ਬਣ ਗਈ ਸੀ। ਤਾਂ ਇਸ ਤਰ੍ਹਾਂ ਅਸੀਂ ਕ੍ਰਮਵਾਰ ਪੱਪਾ, ਖੱਖਾ, ਥੱਥਾ, ਘੱਗਾ, ਯਈਆ ਤੇ ਇੱਕ ਧੱਦਾ। ਧੱਦੇ ਦੇ ਲਈ ਅਸੀਂ ਥੱਥੇ ਵਾਲੀ ਭਾਗ 1 ਨੂੰ ਦੇਖਦੇ ਹਾਂ। ਸਿੱਧੀ ਲਾਈਨ, ਦੂਜੀ ਕਰਵ ਦੀ ਲਾਈਨ, ਤੀਜੀ ਗੁਲਾਈ, ਸਿੱਧੀ ਲਾਈਨ। ਆਹ ਪੁਆਇੰਟ ਅਸੀਂ ਸਮਾਨਾਂਤਰ ਰੱਖਣ ਦੀ ਕੋਸ਼ਿਸ਼ ਕਰਦੇ ਹਾਂ। ਤਾਂ ਇਹ ਜਿਹੜੇ 6 ਵਰਣ ਸੀ ਸਾਡੇ ਕੋਲੇ, ਅਸੀਂ ਇਹਨਾਂ ਦਾ ਅਭਿਆਸ ਕੀਤਾ। ਆਪ ਜੀ ਵੀ ਇਹਨਾਂ ਦਾ ਅਭਿਆਸ ਜ਼ਰੂਰ ਕਰਨਾ। ਅਸੀਂ ਸੈੱਟ 2 ਦੇ ਲਈ 4 ਅੱਖਰ ਜਿਹੜੇ ਕੀਤੇ ਸੀ, ਦੱਦਾ, ਢੱਡਾ, ਚੱਚਾ ਤੇ ਜੱਜਾ। ਆਓ ਉਹਨਾਂ ਨੂੰ ਸਾਫ਼ ਲਾਈਨਾਂ ਉੱਤੇ ਬਿਨਾਂ ਪੂਰਨਿਆਂ ਤੋਂ ਦੁਹਰਾ ਕੇ ਦੇਖੀਏ। ਦੱਦੇ ਲਈ ਸਿੱਧੀ ਲਾਈਨ ਲਈ, ਮੱਧ ਤੱਕ ਲਾਈਨ ਲਈ, ਮੱਧ ਲਾਈਨ ਦੇ ਉੱਪਰ ਚੱਲੇ, ਬਿਨਾਂ ਅੱਖ ਬਣਾਏ ਹੋਏ ਚੌਥੀ ਗੁਲਾਈ ਵੱਲ ਆਏ ਤੇ ਗੁਲਾਈ ਛੱਡਤੀ ਉੱਪਰ ਨੂੰ।
ਇਸ ਦਾ ਹਿੱਸਾ ਥੋੜ੍ਹਾ ਜਿਹਾ ਅਸੀਂ ਆਖਰ ਵਾਲੀ ਲਾਈਨ ਤੋਂ ਉੱਪਰ ਰੱਖਾਂਗੇ। ਤਾਂ ਦੱਦੇ ਤੋਂ ਬਾਅਦ ਢੱਡਾ ਦੇਖਦੇ ਹਾਂ, ਸਿੱਧੀ ਲਾਈਨ ਲੈ ਕੇ ਗਏ। ਤਾਂ ਜਿਹੜੇ ਢੱਡੇ ਦੀ ਲਾਈਨ ਹੈ, ਜਿਸ ਤਰ੍ਹਾਂ ਅਸੀਂ ਨਜ਼ਮ ਕੀਤੇ ਸੀ ਕਿ ਮੱਧ ਲਾਈਨ ਤੋਂ 2 ਜਾਂ 3 ਬਿੰਦੂ ਉੱਪਰ ਤੱਕ ਰੱਖਣੇ ਆ। ਉੱਪਰ ਤੱਕ ਰੱਖਿਆ, ਮੱਧ ਲਾਈਨ ਦੇ ਸਮਾਨਾਂਤਰ ਲੈ ਕੇ ਗਏ, ਦੱਦੇ ਵਾਂਗ ਬਿਨਾਂ ਅੱਖ ਖੁੱਲੇ ਬੰਦ ਅੱਖ ਦੀ ਗੁਲ ਲੈ ਕੇ ਬੰਦ ਅੱਖ ਤੇ ਚੌਥੀ ਗੁਲਾਈ ਦੇ ਲਈ ਹੇਠਾਂ ਵੱਲ ਨੂੰ ਗਏ ਤੇ ਇੱਥੇ ਇੱਕ ਵੱਡੀ ਅੱਖ ਬਣਾਈ। ਇਹ ਹੋ ਗਿਆ ਢੱਡਾ। ਢੱਡੇ ਤੋਂ ਬਾਅਦ ਅਸੀਂ ਵੇਖਦੇ ਹਾਂ ਚੱਚੇ ਨੂੰ। ਸਿੱਧੀ ਲਾਈਨ ਲਈ ਚੱਚੇ ਦੇ ਲਈ ਮੱਧ ਭਾਗ ਤੱਕ ਆਏ, ਮੱਧ ਭਾਗ ਦੇ ਉੱਪਰ ਚੱਲਦੇ ਹਾਂ ਬੰਦ ਅੱਖ ਤੇ ਹੇਠਲੀ ਗੁਲਾਈ ਦੇ ਲਈ ਗਏ ਤੇ ਹੇਠਲੀ ਗੁਲਾਈ ਨੂੰ ਦੂਸਰੇ ਭਾਗ ਨਾਲ ਇਸ ਤਰ੍ਹਾਂ ਮਿਲਾਇਆ ਕਿ ਇੱਕ ਸਿੱਧੀ ਲਾਈਨ ਬਣਾਈ। ਤਾਂ ਚੱਚਾ ਸਾਡੇ ਕੋਲ ਆਇਆ। ਇਸ ਤੋਂ ਬਾਅਦ ਜੱਜੇ ਦੇ ਲਈ ਫਿਰ ਅਸੀਂ ਸਿੱਧੀ ਲਾਈਨ ਲਈ ਸੀ, ਦੂਜੇ ਭਾਗ ਦੀ ਸਿੱਧੀ ਲਾਈਨ ਲਈ, ਤੀਜੇ ਭਾਗ ਨੂੰ ਮੱਧ ਲਾਈਨ ਤੋਂ ਅੱਧਾ ਪੁਆਇੰਟ ਅਸੀਂ ਹੇਠਾਂ ਲੈ ਕੇ ਗਏ, ਪੈਰਲਲ ਚੱਲੇ, ਬੰਦ ਅੱਖ ਤੇ 90 ਡਿਗਰੀ ਤੇ ਸਿੱਧੀ ਲਾਈਨ। ਸਾਡੇ ਕੋਲੇ ਦੱਦਾ, ਢੱਡਾ, ਚੱਚਾ ਤੇ ਜੱਜਾ, ਇਹ 4 ਸ਼ਬਦ ਵੀ ਸੈੱਟ 2 ਦੇ ਵਿੱਚ ਅਸੀਂ ਬਣਤਰ ਦਾ ਅਭਿਆਸ ਇਹਨਾਂ ਦਾ ਕੀਤਾ। ਸ਼ੇਰੋਜ਼ਾ ਵਰਕਸ਼ਾਪ ਦੇ ਦੌਰਾਨ ਸੁੰਦਰ ਲਿਖਾਈ ਦੀ ਅਸੀਂ ਸੈੱਟ 1 ਤੇ ਸੈੱਟ 2 ਦੇ ਵਿੱਚ ਕ੍ਰਮਵਾਰ ਕੁਝ ਅੱਖਰ ਤੇ ਉਹਨਾਂ ਦੀ ਬਣਾਵਟ ਵੇਖੀ। ਇਸ ਤੋਂ ਬਾਅਦ ਅਸੀਂ ਤੀਸਰੇ ਸੈੱਟ ਦੇ ਵਿੱਚ 3 ਅੱਖਰ ਕੀਤੇ, ਜਿਹਦੇ 'ਚ ਨੰਨਾ, ਠੱਠਾ ਤੇ ਲੱਲਾ ਰੱਖਿਆ। ਉਹਨਾਂ ਨੂੰ ਬਿਨਾਂ ਪੂਰਨਿਆਂ ਤੋਂ ਅਸੀਂ ਲਾਈਨਾਂ ਦੇ ਉੱਪਰ ਲਿਖਣ ਦਾ ਅਭਿਆਸ ਕਰਕੇ ਦੇਖਦੇ ਹਾਂ, ਜਿਹਦੇ ਵਿੱਚ ਜੋ ਭਾਗ ਵੰਡ ਰੱਖੀ ਸੀ ਨੰਨੇ ਲਈ ਇੱਕ ਸਿੱਧੀ ਲਾਈਨ, ਮੱਧ ਤੋਂ 2 ਜਾਂ 3 ਬਿੰਦੂ ਉੱਤੇ ਤੱਕ ਲਾਈਨ ਤੇ ਇਸ ਬਿੰਦੂ ਤੋਂ ਜਿਹੜੀ ਤੀਸਰੀ ਗੁਲਾਈ ਬਣਾਉਣੀ ਸ਼ੁਰੂ ਕੀਤੀ ਸੀ ਤੇ ਇਸੇ ਬਿਲਕੁਲ ਇਹਦੇ ਵਾਂਗ ਇਸੇ ਆਕਾਰ ਦੇ ਵਿੱਚ ਚੌਥੀ ਗੁਲਾਈ ਦੇਣੀ ਸ਼ੁਰੂ ਕੀਤੀ ਸੀ। ਤਾਂ ਇਹ ਹੋ ਗਿਆ ਸਾਡੇ ਕੋਲੇ ਨੰਨਾ। ਇਸ ਤੋਂ ਬਾਅਦ ਠੱਠਾ, ਠੱਠੇ ਦੇ ਲਈ ਫਿਰ ਸਿੱਧੀ ਲਾਈਨ। ਉਸ ਤੋਂ ਬਾਅਦ ਜਿਹੜੀ ਠੱਠੇ ਦੀ ਲਾਈਨ ਹੈ ਉਹ ਨੰਨੇ ਵਾਲੀ ਲਾਈਨ ਤੋਂ ਥੋੜ੍ਹੀ ਜਿਹੀ ਛੋਟੀ ਰੱਖੀ, ਯਾਨੀ ਜੇ 30% ਸੀ ਤਾਂ ਇਹ 20% ਰੱਖੀ ਹੈ ਤੇ ਠੱਠੇ ਦੀ ਗੁਲਾਈ ਇਸ ਬਿੰਦੂ ਤੋਂ ਕਰਨੀ ਸ਼ੁਰੂ ਕੀਤੀ। ਬਿਨਾਂ ਕਲਮ ਚੁੱਕਿਆ ਹੋਇਆ ਅਸੀਂ ਠੱਠੇ ਦੀ ਗੁਲਾਈ ਨੂੰ ਪੂਰਾ ਕੀਤਾ। ਤਾਂ ਨੰਨਾ ਹੋ ਗਿਆ, ਠੱਠਾ ਹੋ ਗਿਆ। ਇਸ ਤੋਂ ਬਾਅਦ ਅੱਗੇ ਸਾਡੇ ਕੋਲੇ ਸੀ ਲੱਲਾ। ਲੱਲੇ ਦੇ ਲਈ ਉਸੇ ਤਰ੍ਹਾਂ ਸਿੱਧੀ ਲਾਈਨ, ਦੂਸਰੇ ਤੇ ਤੀਸਰੇ ਭਾਗ ਦੀ ਜਿਹੜੀ ਲਾਈਨ ਆ ਇਸ ਲਾਈਨ ਦਾ ਮੱਧ ਜਾਣੀ ਅੱਧ ਤੇ ਮੱਧ ਵਾਲੀ ਲਾਈਨ ਤੋਂ 2 ਬਿੰਦੂ ਹੇਠਾਂ ਤੱਕ, ਯਾਨੀ ਜੇ 50% ਮੰਨੀ ਸੀ ਤਾਂ ਇੱਥੇ ਅਸੀਂ 52 ਜਾਂ 53% ਤੱਕ ਮੰਨੀ ਸੀ। ਤੇ ਦੂਸਰੇ ਭਾਗ ਦੀ ਜਿਹੜੀ ਲਾਈਨ ਆ ਇੱਥੇ ਜਾ ਕੇ ਲਿਆ ਕੇ ਇਸ ਪੁਆਇੰਟ ਤੇ ਆ ਕੇ ਨੋਬ ਜਾਂ ਚੁੰਝ ਬਣਾਵਾਂਗੇ ਤੇ ਇੱਥੋਂ ਹੀ ਕਲਮ ਅਸੀਂ ਉੱਪਰ ਨੂੰ ਲੈ ਕੇ ਗਏ। ਉਸ ਤੋਂ ਬਾਅਦ ਮੱਧ ਲਾਈਨ ਤੋਂ ਥੋੜ੍ਹਾ ਜਿਹਾ ਉੱਪਰੋਂ ਲੱਲੇ ਦੀ ਜਿਹੜੀ ਚੌਥੀ ਗੁਲਾਈ ਆ ਉਹ ਸ਼ੁਰੂ ਕੀਤੀ। ਇਸੇ ਤਰ੍ਹਾਂ ਬਿਲਕੁਲ ਚੌਥੀ ਗੁਲਾਈ ਦੇ ਵਾਂਗ ਹੀ ਅਸੀਂ ਪੰਜਵੀਂ ਗੁਲਾਈ ਸ਼ੁਰੂ ਕੀਤੀ। ਤਾਂ ਇਹਨਾਂ ਅੱਖਰਾਂ 'ਤੇ ਜ਼ਿਆਦਾ ਅਭਿਆਸ ਦੀ ਲੋੜ ਹੈ। ਨੰਨਾ, ਠੱਠਾ, ਲੱਲਾ ਜਿਸ ਤਰ੍ਹਾਂ ਅਸੀਂ ਅਭਿਆਸ ਕਰੀ ਜਾਵਾਂਗੇ ਅੱਖਰਾਂ ਦੀ ਬਣਾਵਟ ਹੋਰ ਸੋਹਣੀ ਹੁੰਦੀ ਜਾਏਗੀ ਅਤੇ ਲਿਖਾਈ ਸਾਡੀ ਮੋਤੀਆਂ ਵਰਗੀ ਬਣ ਸਕਦੀ ਹੈ। ਅਸੀਂ ਵੀ ਅਭਿਆਸ ਕਰਨਾ ਅਤੇ ਅਸੀਂ ਕੋਸ਼ਿਸ਼ ਕਰਾਂਗੇ ਸਾਡੇ ਵਿਦਿਆਰਥੀ ਵੀ ਅਭਿਆਸ ਜ਼ਿਆਦਾ ਤੋਂ ਜ਼ਿਆਦਾ ਕਰਨ ਤਾਂ ਜੋ ਇਹਨਾਂ ਅੱਖਰਾਂ ਦੀ ਬਣਾਵਟ ਵਿੱਚ ਹੋਰ ਨਿਖਾਰ ਆਉਂਦਾ ਜਾਵੇ।